बिस्मिल्लाहिर्रहमानिर्रहीम। या वदूद सल्लि अला सय्यिदिना मुहम्मदिन व आलिहि व सहाबिहि इन्नका रहीमुन वदूद। अस्सलाम अलैकुम व रहमतुल्लाहि व बरकातुहू। मैं तुहाडे सामने किस्सा सोहनी महिवाल दा पेश कर रहा। अज किस्सा सोहनी महिवाल दा मैं तुहाडे सामने पार्ट 10 10वां हिस्सा जिहड़ा वो अज पेश कर लगा। पहले 9 हिस्से जिहड़े ने वो तुहाडे अगे मैं पेश कर चुकिया। अज 10वां हिस्सा है। 18वीं सदी ਦੇ ਵਿੱਚ ਗੁਜਰਾਤ ਦੇ ਵਿੱਚ ਅਬਦੁੱਲਾ ਕਮਿਆਰ ਦੇ ਘਰ ਇੱਕ ਧੀ ਜੰਮਦੀ ਹੈ। ਉਹ ਧੀ ਬੜੀ ਸੋਹਣੀ ਹੁੰਦੀ ਹੈ। ਉਹ ਪਦੈਸ਼ੀ ਤੌਰ ਤੇ ਬੜੀ ਸੋਹਣੀ ਹੁੰਦੀ ਹੈ ਔਰ ਉਹਦੇ ਸੋਹਣੇ ਤੋਂ ਹੀ ਉਹਦਾ ਨਾਂ ਜਿਹੜਾ ਉਹ ਸੋਹਣੀ ਰੱਖਿਆ ਜਾਂਦਾ ਹੈ। ਸੋਹਣੀ ਜਦੋਂ ਜਵਾਨ ਹੁੰਦੀ ਹੈ ਤੇ ਜਵਾਨੀ ਦੇ ਵਿੱਚ ਉਹ ਹੁਸਨ ਜਮਾਲ ਦਾ ਇੱਕ ਪੈਕਰ ਬਣ ਜਾਂਦੀ ਹੈ ਤੇ ਉਹ ਆਪਣੇ ਪਿਓ ਦੇ ਨਾਲ ਦਿਲ ਨੂੰ ਭਾਣ ਵਾਲੇ ਭਾਂਡੇ ਬਣਾਉਂਦੀ ਹੈ ਤੇ ਉਹਨਾਂ ਦੀ ਵਿਕਰੀ ਕਰਦੀ ਹੈ ਤੇ ਆਪਣੇ ਪਿਓ ਦਾ ਪੂਰਾ ਸਾਥ ਦਿੰਦੀ ਹੈ ਤੇ ਉਹਦੇ ਨਾਲ ਹੀ ਉਹਨਾਂ ਦੇ ਇਸ ਕੰਮ ਦੇ ਨਾਲ ਉਹਨਾਂ ਦਾ ਗੁਜ਼ਰ ਬਸਰ ਹੁੰਦਾ ਹੈ। ਸੋਹਣੀ ਦੇ ਪਿਓ ਦੀ ਹੱਟੀ ਜਿਹੜੀ ਹੈ ਉਹ ਰਾਮ ਪਿਆਰੀ ਮਹਿਲ ਦੇ ਕੋਲ ਕੰਡੇ ਦੇ ਕਿਨਾਰੇ ਤੇ ਵਾਕਿਆ ਸੀ। ਸੋਹਣੀ ਦਾ ਜਿਹੜਾ ਹੁਸਨ ਸੀ ਉਹ ਸੋਹਣੀ ਇਸ ਕਦਰ ਹਸੀਨ ਸੀ, ਇਸ ਕਦਰ ਉਹ ਸੋਹਣੀ ਸੀ ਕਿ ਉਹਦੇ ਹੁਸਨ ਦਾ ਜਿਹੜਾ ਚਰਚਾ ਹੈ ਉਹ ਦੂਰ ਦੂਰ ਤੱਕ ਫੈਲਿਆ ਹੋਇਆ ਸੀ। ਇੱਜ਼ਤ ਬੇਗ ਬੁਹਾਰੇ ਦਾ ਰਹਿਣ ਵਾਲਾ ਸੀ। ਬੁਹਾਰੇ ਦੇ ਇੱਕ ਮਿਰਜ਼ੇ ਦਾ ਪੁੱਤਰ ਸੀ। ਮਿਰਜ਼ਾ ਬੁਹਾਰੇ ਦਾ ਇੱਕ ਬੜਾ ਵੱਡਾ ਤਾਜਰ ਤੇ ਮਾਲਦਾਰ ਬੰਦਾ ਸੀ। ਉਹਦੇ ਔਲਾਦ ਨਹੀਂ ਸੀ ਹੈ। ਉਹਨੂੰ ਕਿਸੇ ਬੰਦੇ ਨੇ ਦੱਸਿਆ ਕਿ ਇੱਥੇ ਗਾਰ ਦੇ ਵਿੱਚ ਇੱਕ ਅੱਲਾ ਦਾ ਬੰਦਾ ਰਹਿੰਦਾ ਹੈ, ਅਗਰ ਤੂੰ ਜਾਏ ਤਾਂ ਉਸ ਬੰਦੇ ਨੇ ਕਿਹਾ ਅਗਰ ਉਹਨੂੰ ਜਾ ਕੇ ਮਿਲੇ तो अगर तेरे वास्ते दुआ करे तो अल्लाह ताला तैनू दुआ औलाद दे देगा। वो जिहड़ा मिर्जा है बुहारे दा उस बंदे की गल मन के तो उस फकीर उस अल्लाह दे पाक बंदे कोल जांदा है तो उनकी बिनती करदा है कि मेरे वास्ते दुआ करो कि अल्लाह ताला मैनू औलाद दे। वो बंदा जिहड़ा है वो फकीर है अल्लाह दा पाक बंदा उहनू कहंदा है मिर्जे नू कि अल्लाह ताला तैनू एक पुत्र देगा लेकिन वो जो जवान होएगा तो तेरे को रहेगा नहीं, वो तेरे को दूर चला जाएगा। मिर्जा वापस आ जाता है। उस अल्लाह के बंदे की दुआ जिहड़ी है कबूल हो जाती है तो अल्लाह ताला उन्होंने एक बड़ा सोहना पुत्र दिंदा है जिहदा वो नां इज्जत बेग रखते हैं। इज्जत बेग भी जो जवान होंदा है तो अपने प्यो नाल तजारत जिहड़ा वो वेचण दा ते खरीदण दा कारोबार काम शुरू कर दिंदा है। वो एक दिन अपने बाप नूं कहंदा है कि मैं दिल्ली जाना चाहना, उत्थे जाके मैं तजारत करना चाहना, उत्थे कुछ वेचांगा कुछ खरीदांगा ते दिल्ली दी मैं सैर करांगा। जिहड़ा इज्जत बेग दा प्यो सी वो बड़ा प्यार करते हैं इज्जत बेग नाल, ओहदी जुदाई बर्दाश्त नहीं सन कर सकते, लेकिन इज्जत बेग की खुशी वास्ते वो दिल ते पत्थर रख के ते वो इज्जत बेग नूं दिल्ली जाने की इजाजत दे दिंदे ने ते इज्जत बेग दे माँ ते प्यो उहनूं विद्या करते हैं। इज्जत बेग जिहड़ा वो पहले दिल्ली आउंदा है, उत्थे कोई तजारत करदा है फिरदा टुरदा है। उस तो बाद इज्जत बेग जिहड़ा वो लाहौर चला जाता है, वो लाहौर का उत्थे सैर सपाटा करदा है कारोबार करदा है। उस तो बाद जिहड़ा इज्जत बेग है वो गुजरात पहुँचता है। इज्जत बेग जो गुजरात पहुँचता है तो उत्थे एक दिन इज्जत बेग अब्दुल्ला कमियार दे घर भांडे खरीदण वास्ते जाता है
ਜਦੋਂ ਇੱਜ਼ਤ ਬੇਗ ਅਬਦੁੱਲਾ ਕਮਿਆਰ ਦੇ ਘਰ ਭਾਂਡੇ ਖਰੀਦਣ ਜਾਂਦਾ ਤੇ ਉੱਥੇ ਉਹਦੀ ਨਜ਼ਰ ਸੋਹਣੀ ਤੇ ਪੈਂਦੀ ਹੈ ਤੇ ਸੋਹਣੀ ਦੀ ਨਜ਼ਰ ਜਿਹੜੀ ਹੈ ਉਹ ਇੱਜ਼ਤ ਬੇਗ ਦੇ ਪੈਂਦੀ ਹੈ ਤਾਂ ਦੋਵਾਂ ਜਿਹੜੇ ਨੇ ਉਹ ਇੱਕ ਦੂਸਰੇ ਦੀ ਮੁਹੱਬਤ ਦੇ ਵਿੱਚ ਗ੍ਰਿਫਤਾਰ ਹੋ ਜਾਂਦੇ ਨੇ। ਦੋਵਾਂ ਨੂੰ ਸਖਤਾ ਤਾਰੀ ਹੋ ਜਾਂਦਾ ਹੈ ਔਰ ਦੋਏ ਜਿਹੜੇ ਨੇ ਉਹ ਇੱਕ ਦੂਸਰੇ 'ਚ ਖੋ ਜਾਂਦੇ ਨੇ। ਫਿਰ ਰੋਜ਼ ਇੱਜ਼ਤ ਬੇਗ ਦਾ ਜਿਹੜਾ ਇਹ ਮਾਮੂਲ ਬਣ ਜਾਂਦਾ ਹੈ ਕਿ ਉਹ ਰੋਜ਼ ਅਬਦੁੱਲਾ ਕਮਿਆਰ ਦੇ ਘਰ ਜਾਂਦਾ ਹੈ, ਉੱਥੋਂ ਭਾਂਡੇ ਖਰੀਦਦਾ ਔਰ ਮਜ਼ੀਦ ਭਾਂਡਿਆਂ ਦੀ ਮੰਗ ਕਰਦਾ, ਮਜ਼ੀਦ ਆਰਡਰ ਦਿੰਦਾ। ਫਿਰ ਅਗਲੇ ਦਿਨ ਜਾਂਦਾ ਹੋਰ ਭਾਂਡੇ ਖਰੀਦਦਾ, ਮਜ਼ੀਦ ਉਹਨਾਂ ਨੂੰ ਭਾਂਡੇ ਦੀ ਮੰਗ ਕਰਦਾ। ਇਹ ਸਿਲਸਿਲਾ ਕੁਛ ਦੇਰ ਚੱਲਦਾ ਰਹਿੰਦਾ ਹੈ ਤੇ ਆਖਰ ਇਹ ਸਿਲਸਿਲਾ ਕਿੰਨੀ ਦੇਰ ਚੱਲਣਾ ਸੀ, ਇੱਕ ਵਕਤ ਆਉਂਦਾ ਹੈ ਕਿ ਇਹ ਸਿਲਸਿਲਾ ਜਿਹੜਾ ਉਹ ਖਤਮ ਹੋ ਜਾਂਦਾ। ਕਿਉਂਕਿ ਇੱਜ਼ਤ ਬੇਗ ਦਾ ਆਪਣੇ ਕਾਰੋਬਾਰ ਵੱਲ ਬਿਲਕੁਲ ਕੋਈ ਤਵੱਜੋ ਨਹੀਂ ਰਹਿੰਦੀ। ਜਿਹੜੇ ਉਹਦੇ ਨਾਲ ਸਾਥੀ ਉਹਦੇ ਯਾਰ ਸਨ ਉਹ ਵਾਪਸ ਬੁਹਾਰੇ ਚਲੇ ਜਾਂਦੇ ਨੇ, ਉਹ ਇੱਥੇ ਇਕੱਲਾ ਰਹਿ ਜਾਂਦਾ ਤੇ ਬਿਲਕੁਲ ਕਲਾਸ਼ ਹੋ ਜਾਂਦਾ। ਉਹਦੇ ਕੋਲ ਕੋਈ ਇੱਕ ਦਿਰਹਮ ਵੀ ਨਹੀਂ ਰਹਿੰਦਾ। ਉਹਦੀ ਹਾਲਤ ਇੰਨੀ ਕੁ ਪਤਲੀ ਹੋ ਜਾਂਦੀ ਹੈ ਕਿ ਉਹ ਇੱਕ ਦਿਨ ਅਬਦੁੱਲਾ ਕਮਿਆਰ ਦੇ ਘਰ ਚਲਾ ਜਾਂਦਾ। ਅਬਦੁੱਲਾ ਕਮਿਆਰ ਦੇ ਘਰ ਜਾ ਕੇ ਉਹਨੂੰ ਬੇਨਤੀ ਕਰਦਾ ਕਿ ਇੱਕ ਕਹਾਣੀ ਸੁਣਾਉਂਦਾ ਕਿ ਮੇਰੇ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਖਰਾਬ ਨੇ। ਮੇਰੀ ਜਿਹੜੀ ਹੈ ਉਹ ਰਾਤ ਨੂੰ ਚੋਰੀ ਹੋ ਗਈ ਹੈ। ਮੇਰੇ ਕੋਲ ਜਿਹੜੇ ਦਿਰਹਮ ਦਿਨਾਰ ਸੀ, ਜਿਹੜੇ ਕੋਲ ਮੇਰੇ ਕੋਲ ਭਾਂਡੇ ਸੀ, ਉਹ ਸਾਰੇ ਜਿਹੜੇ ਨੇ ਚੋਰ ਲੈ ਗਏ ਨੇ ਤੇ ਲਿਹਾਜ਼ਾ ਤੁਸੀਂ ਮੈਨੂੰ ਆਪਣਾ ਕਾਮਾ ਰੱਖ ਲਓ। ਉਹਨੂੰ ਆਪਣਾ ਕਾਮਾ ਰੱਖ ਲੈਂਦੇ ਨੇ ਤੇ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਮੇਰਾ ਸਾਰੇ ਜਿਹੜੇ ਦਿਰਹਮ ਦਿਨਾਰ ਨੇ ਉਹ ਮੇਰੇ ਚੋਰੀ ਹੋ ਗਏ ਨੇ ਤੇ ਜਿਹੜਾ ਮੇਰੇ ਕੋਲ ਭਾਂਡੇ ਸਨ ਉਹ ਵੀ ਸਾਰੇ ਚੋਰੀ ਹੋ ਗਏ ਨੇ ਤੇ ਲਿਹਾਜ਼ਾ ਮੈਨੂੰ ਆਪਣਾ ਕਾਮਾ ਰੱਖ ਲਓ ਤੇ ਤੁਸੀਂ ਮੈਨੂੰ ਜਿਹੜਾ ਵੀ ਕੰਮ ਕਹੋਗੇ ਉਹ ਮੈਂ ਤੁਹਾਡਾ ਕੰਮ ਕਰਾਂਗਾ। ਤੁਸੀਂ ਮੈਨੂੰ ਕੂੜਾ ਸੁੱਟਣ ਲਈ ਵੀ ਕਹੋਗੇ ਤੇ ਮੈਂ ਉਹ ਵੀ ਤੁਹਾਡਾ ਕੰਮ ਕਰਾਂਗਾ। ਅਬਦੁੱਲਾ ਕਮਿਆਰ ਨੂੰ ਵੀ ਅੰਦਰ ਬਾਹਰ ਦੇ ਕੰਮਾਂ ਵਾਸਤੇ ਇੱਕ ਕਾਮੇ ਦੀ ਲੋੜ ਸੀ ਤੇ ਉਹ ਇੱਜ਼ਤ ਬੇਗ ਦੀ ਬਿਨਤੀ ਮੰਨ ਲੈਂਦਾ ਤੇ ਉਹਨੂੰ ਆਪਣਾ ਕਾਮਾ ਰੱਖ ਲੈਂਦਾ। ਇੱਜ਼ਤ ਬੇਗ ਜਿਹੜਾ ਉਹ ਵੀ ਸੋਹਣੀ ਦੇ ਘਰ ਦੇ ਕੋਲ ਰਹਿਣਾ ਤੇ ਬਸਣਾ ਸ਼ੁਰੂ ਕਰ ਦਿੰਦਾ ਤੇ ਰੋਜ਼ ਮੱਝੀਆਂ ਚਾਰਦਾ, ਡੰਗਰਾਂ ਨੂੰ ਸੰਭਾਲਦਾ ਤੇ ਰੋਜ਼ ਉਹਦੀ ਸੋਹਣੀ ਨਾਲ ਮੁਲਾਕਾਤ ਹੁੰਦੀ ਹੈ, ਦਰਸ਼ਨ ਦੀਦਾਰ ਹੁੰਦੇ ਨੇ। ਇਹ ਸਿਲਸਿਲਾ ਵੀ ਜ਼ਿਆਦਾ ਦੇਰ ਨਹੀਂ ਚੱਲਦਾ ਕਿ ਇੱਜ਼ਤ ਬੇਗ ਤੇ ਸੋਹਣੀ ਦੀ ਮੁਹੱਬਤ, ਕਿਉਂਕਿ ਇੱਜ਼ਤ ਬੇਗ ਨੂੰ ਤੇ ਲੋਕ ਭੁੱਲ ਗਏ ਕਿਉਂਕਿ ਉਸ ਇਲਾਕੇ 'ਚ ਉਸ ਅਹਿਦ 'ਚ ਜਿਹੜਾ ਬੰਦਾ ਮੱਝੀਆਂ ਚਾਰਦਾ ਸੀ ਉਹਨੂੰ ਲੋਕ ਮਹੀਵਾਲ ਕਹਿੰਦੇ ਹਨ। ਲੋਕ ਇਸ ਗੱਲ ਨੂੰ ਭੁੱਲ ਗਏ ਕਿ ਇਹ ਇੱਕ ਬੁਹਾਰੇ ਦਾ ਤਾਜਰ ਹੈ, ਉਹ ਮਹੀਵਾਲ ਦੇ ਨਾਂ ਤੋਂ ਮਸ਼ਹੂਰ ਹੋ ਗਿਆ ਤੇ ਸੋਹਣੀ ਤੇ ਮਹੀਵਾਲ ਦੀ ਮੁਹੱਬਤ ਜਿਹੜੀ ਹੈ ਉਹਦੀ ਚਰਚਾ ਦੂਰ ਦੂਰ ਤੱਕ ਹੋ ਗਿਆ। ਜਦੋਂ ਸੋਹਣੀ ਤੇ ਮਹੀਵਾਲ ਦੀ ਮੁਹੱਬਤ ਦਾ ਚਰਚਾ ਦੂਰ ਦੂਰ ਤੱਕ ਹੋ ਗਿਆ ਤੇ ਕਿਸ ਤਰ੍ਹਾਂ ਹੋ ਸਕਦਾ ਸੀ ਕਿ ਅਬਦੁੱਲਾ ਕਮਿਆਰ ਨੂੰ ਤੇ ਉਹਦੀ ਬੀਵੀ ਨੂੰ ਯਾਨੀ ਕਿ ਸੋਹਣੀ ਦੇ ਮਾਂ ਤੇ ਪਿਓ ਨੂੰ ਨਾ ਪਤਾ ਲੱਗਦਾ। ਸੋਹਣੀ ਦੇ ਮਾਂ ਨੂੰ ਤੇ ਪਿਓ ਨੂੰ ਵੀ ਇਸ ਗੱਲ ਦੀ ਖਬਰ ਲੱਗ ਜਾਂਦੀ ਹੈ। ਸੋਹਣੀ ਦਾ ਬਾਪ ਫੌਰੀ ਤੌਰ ਤੇ ਉਹਨੂੰ ਮਹੀਵਾਲ ਨੂੰ ਫਾਰਗ ਕਰ ਦਿੰਦਾ ਤੇ ਫੌਰੀ ਤੌਰ ਤੇ ਉਹਦਾ ਆਪਣੇ ਹੀ ਖਾਨਦਾਨ ਦੇ ਵਿੱਚ ਇੱਕ ਕਮਿਆਰ ਹਾਲ ਦੇ ਵਿੱਚ ਦਰਿਆ ਤੋਂ ਪਾਰ ਉਹਦਾ ਰਿਸ਼ਤਾ ਕਰ ਦਿੰਦੇ ਨੇ ਔਰ ਜਲਦੀ ਹੀ ਉਹਦੀ ਸ਼ਾਦੀ ਕਰ ਦਿੰਦੇ ਨੇ ਔਰ ਦਿਨਾਂ ਦੇ ਵਿੱਚ ਉਹਨੂੰ ਵਿਦਿਆ ਕਰ ਦਿੰਦੇ ਨੇ। ਸੋਹਣੀ ਜਿਹੜੀ ਹੈ ਉਹ ਵਿਆਹ ਕੇ ਦਰਿਆ ਤੋਂ ਦੂਸਰੇ ਕਿਨਾਰੇ ਚਲੀ ਜਾਂਦੀ ਹੈ ਤੇ ਮਹੀਵਾਲ ਜਿਹੜਾ ਉਹ ਦਰਿਆ ਦੇ ਇਸ ਕਿਨਾਰੇ ਤੇ ਰਹਿ ਜਾਂਦਾ। ਲੇਕਿਨ ਸੋਹਣੀ ਜਿਹੜੀ ਹੈ
ਉਹ ਦਰਿਆ ਦੇ ਦੂਸਰੇ ਕਿਨਾਰੇ ਚਲੀ ਜਾਂਦੀ ਹੈ, ਉਹ ਮਹੀਵਾਲ ਜਿਹੜਾ ਉਹ ਦਰਿਆ ਦੇ ਇਸ ਕਿਨਾਰੇ ਤੇ ਰਹਿ ਜਾਂਦਾ। ਸੋਹਣੀ ਜਿਹੜੀ ਹੈ ਉਹ ਆਪਣੀ ਮੁਹੱਬਤ ਦੀ ਤਸਕੀਨ ਲਈ ਮਹਿਬੂਬ ਨੂੰ ਮਿਲਣ ਵਾਸਤੇ, ਕਿਉਂਕਿ ਉਹਨੂੰ ਮਹੀਵਾਲ ਨੂੰ ਮਿਲਣ ਵਾਸਤੇ ਦਰਿਆ ਪਾਰ ਕਰਨਾ ਪੈਂਦਾ ਸੀ, ਤੇ ਜਿਹੜੀ ਸੋਹਣੀ ਸੀ ਉਹ ਤਾਰੀ ਤਰਨੀ ਨਹੀਂ ਸੀ ਜਾਣਦੀ। ਉਹਨੇ ਇੱਕ ਤਰੀਕਾ ਇਜਾਦ ਕੀਤਾ, ਕਿਉਂਕਿ ਉਹ ਜ਼ਰੂਫ ਬਣਾਉਣ ਦੇ, ਭਾਂਡੇ ਬਣਾਉਣ ਦੀ ਬੜੀ ਮਾਹਰ ਸੀ, ਉਹਨੂੰ ਭਾਂਡੇ ਬਣਾਉਣ ਦਾ ਬੜਾ ਵੱਲ ਆਉਂਦਾ ਸੀ, ਉਹ ਬੜੇ ਦਿਲ ਨੂੰ ਭਾ ਲੈਵਣ ਵਾਲੇ ਭਾਂਡੇ ਬਣਾਉਂਦੀ ਸੀ। ਤਾਂ ਇੱਕ ਘੜਾ ਤਿਆਰ ਕਰਦੀ ਹੈ, ਤੇ ਘੜਾ ਤਿਆਰ ਕਰਕੇ ਤੇ ਦਰਿਆ ਦੇ ਕੋਲ ਉੱਥੇ ਬੂਟੀ ਦੇ ਵਿੱਚ ਉਹਨੂੰ ਲੁਕਾ ਦਿੰਦੀ ਹੈ। ਤੇ ਰੋਜ਼ ਰਾਤ ਨੂੰ ਸੋਹਣੀ ਜਿਹੜੀ ਹੈ ਉਸ ਘੜੇ ਦੀ ਮਦਦ ਨਾਲ ਦਰਿਆ ਅਬੂਰ ਕਰਦੀ ਹੈ ਤੇ ਜਾ ਕੇ ਤੇ ਮਹੀਵਾਲ ਨੂੰ ਮਿਲਦੀ ਹੈ। ਸੋਹਣੀ ਤੇ ਮਹੀਵਾਲ ਜਿਹੜੇ ਨੇ ਉਹ ਸਾਰੀ ਰਾਤ ਇੱਕ ਦੂਸਰੇ ਦੀ ਮੁਹੱਬਤ ਦੇ ਵਿੱਚ ਖੋਏ ਰਹਿੰਦੇ ਨੇ, ਤੇ ਜਦੋਂ ਸੁਬਾਹ ਦੀ ਸਫੇਦੀ ਹੋਣ ਤੋਂ ਪਹਿਲੇ ਸੋਹਣੀ ਜਿਹੜੀ ਹੈ ਉਹ ਵਾਪਸ ਆਪਣੇ ਘਰ ਆ ਜਾਂਦੀ ਹੈ। ਇਹ ਸਿਲਸਿਲਾ ਵੀ ਆਖਰ ਕਿੰਨੀ ਕੁ ਦੇਰ ਚੱਲਣਾ ਸੀ। ਇੱਕ ਦਿਨ ਸੋਹਣੀ ਜਿਹੜੀ ਹੈ ਉਹ ਮਹੀਵਾਲ ਨੂੰ ਮਿਲਣ ਵਾਸਤੇ ਘਰੋਂ ਨਿਕਲਦੀ ਹੈ, ਤੇ ਸੋਹਣੀ ਦੀ ਨੱਦ ਦੀ ਅੱਖ ਖੁੱਲ ਜਾਂਦੀ ਹੈ। ਉਹਨੂੰ ਵੇਖਦੀ ਹੈ ਤੇ ਉਹ ਸੋਹਣੀ ਦਾ ਪਿੱਛਾ ਕਰਦੀ ਹੈ। ਸੋਹਣੀ ਜਾਂਦੀ ਹੈ ਦਰਿਆ ਤੇ ਉਸ ਬੂਟੀ ਚੋਂ ਉਹ ਕੜਾ ਕੱਢਦੀ ਹੈ, ਤੇ ਕੜਾ ਕੱਢ ਕੇ ਤੇ ਉਹ ਦਰਿਆ 'ਚ ਵੜ ਕੇ ਤੇ ਉਸ ਕੜੇ ਦੀ ਮਦਦ ਨਾਲ ਜਿਹੜਾ ਉਹ ਦਰਿਆ ਪਾਰ ਕਰ ਜਾਂਦੀ ਹੈ। ਸੋਹਣੀ ਦੀ ਨੰਦ ਵੇਖ ਕੇ ਵਾਪਸ ਆ ਜਾਂਦੀ ਹੈ। ਉਹ ਸਵੇਰੇ ਸਾਰੀ ਗੱਲ ਆਪਣੀ ਮਾਂ ਨੂੰ ਦੱਸਦੀ ਹੈ, ਤੇ ਉਹ ਜਿਹੜੀ ਸੋਹਣੀ ਦੀ ਨੰਦ ਹੈ ਉਹ ਇੱਕ ਬੜੀ ਖਤਰਨਾਕ ਤੇ ਸੋਹਣੀ ਨੂੰ ਕਤਲ ਕਰਨ ਦੀ ਇੱਕ ਸਾਜ਼ਿਸ਼ ਤਿਆਰ ਕਰਦੀ ਹੈ। ਸੋਹਣੀ ਕਿਉਂਕਿ ਇੱਕ ਕਮਿਆਰ ਖਾਨਦਾਨ 'ਚ ਵਿਆਹੀ ਸੀ, ਤੇ ਸੋਹਣੀ ਦੀ ਨੰਦ ਵੀ ਜਿਹੜੀ ਹੈ ਉਹ ਭਾਂਡੇ ਬਣਾਉਣ ਦਾ ਵੱਲ ਤੇ ਫਨ, ਇਸ ਕੰਮ ਨੂੰ ਉਹ ਪੂਰਾ ਜਾਣਦੀ ਸੀ। ਉਹ ਹੂਬਹੂ ਜਿਸ ਤਰ੍ਹਾਂ ਸੋਹਣੀ ਦਾ ਘੜਾ ਹੈ, ਉਸ ਤਰ੍ਹਾਂ ਦਾ ਇੱਕ ਕੱਚੀ ਮਿੱਟੀ ਦਾ ਘੜਾ ਤਿਆਰ ਕਰਦੀ ਹੈ। ਉਹ ਕੱਚੀ ਮਿੱਟੀ ਦਾ ਘੜਾ ਤਿਆਰ ਕਰਕੇ ਤੇ ਉਸ ਬੂਟੀ ਦੇ ਵਿੱਚੋਂ ਉਹ ਜਿਹੜਾ ਪੱਕਾ ਘੜਾ ਚੁੱਕ ਕੇ ਤੇ ਉਹਦੀ ਜਗ੍ਹਾ ਤੇ ਕੱਚਾ ਘੜਾ ਰੱਖ ਦਿੰਦੀ ਹੈ। ਇਸ ਤਰ੍ਹਾਂ ਹੀ ਇੱਕ ਰੋਜ਼ ਸੋਹਣੀ ਜਿਹੜੀ ਹੈ ਉਹ ਮਹੀਵਾਲ ਨੂੰ ਮਿਲਣ ਵਾਸਤੇ ਜਾਂਦੀ ਹੈ, ਤੇ ਉੱਥੋਂ ਬੂਟੀ 'ਚੋਂ ਘੜਾ ਚੁੱਕਦੀ ਹੈ। ਲੇਕਿਨ ਉਹਨੂੰ ਅੱਜ ਇਸ ਗੱਲ ਦਾ ਨਹੀਂ ਸੀ ਪਤਾ ਕਿ ਇਹ ਘੜਾ ਨਹੀਂ, ਬਲਕਿ ਇਹ ਇੱਕ ਮੇਰੀ ਮੌਤ ਦਾ ਸਮਾਨ ਹੈ। ਉਸ ਦਿਨ ਮੌਸਮ ਬਹੁਤ ਖਰਾਬ ਹੁੰਦਾ ਹੈ, ਬੜੀ ਨੇਰੀ ਤੇ ਤੂਫਾਨ ਤੇ ਝੱਖੜ ਹੁੰਦਾ ਹੈ, ਤੇ ਬਾਰਿਸ਼ ਹੋ ਰਹੀ ਹੁੰਦੀ ਹੈ। ਖੈਰ ਉਹ ਜਿਹੜੀ ਸੋਹਣੀ ਹੈ ਉਹ ਮਹੀਵਾਲ ਨੂੰ ਮਿਲਣ ਵਾਸਤੇ ਜਿਹੜਾ ਉਹ ਕੜਾ ਲੈ ਕੇ ਤੇ ਦਰਿਆ ਦੇ ਵਿੱਚ ਵੜ ਜਾਂਦੀ ਹੈ। ਜਦੋਂ ਸੋਹਣੀ ਦਰਿਆ 'ਚ ਵੜਦੀ ਹੈ ਤੇ ਜਦੋਂ ਬਿਲਕੁਲ ਐਨ ਦਰਿਆ ਦੇ ਵਿਚਕਾਰ ਪਹੁੰਚਦੀ ਹੈ, ਤੇ ਜਿਹੜਾ ਕੱਚਾ ਕੜਾ ਹੁੰਦਾ ਹੈ ਉਹਦੀ ਮਿੱਟੀ ਜਿਹੜੀ ਹੈ ਉਹ ਖੁਰਨੀ ਸ਼ੁਰੂ ਹੋ ਜਾਂਦੀ ਹੈ, ਔਰ ਆਸਤਾ ਜਿਹੜਾ ਹੈ ਉਹ ਕੜੇ ਦੀ ਸਾਰੀ ਮਿੱਟੀ ਖੁਰ ਜਾਂਦੀ ਹੈ, ਤੇ ਕੜਾ ਜਿਹੜਾ ਹੈ ਉਹ ਦਰਿਆ ਦੇ ਵਿੱਚ ਖਿਲਰ ਜਾਂਦਾ। ਜਦੋਂ ਸੋਹਣੀ ਡੁੱਬਦੀ ਹੈ, ਡੁੱਬਣ ਲੱਗਦੀ ਹੈ, ਤੇ ਬੇਅਖਤਿਆਰ ਉਹ ਮਹੀਵਾਲ ਨੂੰ ਵਾਜ਼ਾ ਮਾਰਦੀ ਹੈ, ਪੁਕਾਰਦੀ ਹੈ, ਨਾਰੇ ਮਾਰਦੀ ਹੈ, ਤੇ ਮਹੀਵਾਲ ਦੂਸਰੇ ਕਿਨਾਰੇ ਸੋਹਣੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਜਦੋਂ ਉਹ ਸੋਹਣੀ ਦੀ ਆਵਾਜ਼ ਸੁਣਦਾ ਹੈ ਤੇ ਮਹੀਵਾਲ ਵੀ ਦਰਿਆ 'ਚ ਛਾਲ ਮਾਰ ਦਿੰਦਾ, ਤੇ ਸੋਹਣੀ ਤੇ ਮਹੀਵਾਲ ਦੋਨੋਂ ਦਰਿਆ 'ਚ ਡੁੱਬ ਜਾਂਦੇ ਨੇ। ਮੁਹੱਬਤ ਕਰਨ ਵਾਲਾ ਜੋੜਾ ਦਰਿਆ ਦੀਆਂ ਡੂੰਘਾਈਆਂ ਵਿੱਚ ਡੁੱਬ ਕੇ ਆਸ਼ਕਾਂ ਦੀ ਪਾਕੀਜ਼ਾ ਮੁਹੱਬਤ ਤਾਰੀਖ ਦੇ ਸਫਾਤ 'ਚ ਹਮੇਸ਼ਾ ਲਈ ਅਮਰ ਕਰ ਜਾਂਦੇ ਨੇ। ਤੇ ਸੋਹਣੀ ਤੇ ਮਹੀਵਾਲ ਦਾ ਜਿਹੜਾ ਉਹ ਮਜ਼ਾਰ ਹੈ
ਉਹ ਸਿੰਧ ਦਾ ਇੱਕ ਇਲਾਕਾ ਸ਼ਹਦਾਦਪੁਰ ਵਿੱਚ ਵਾਕਿਆ ਹੈ। ਸੋਹਣੀ ਦਾ ਬਾਜ਼ਾਰ ਜਿਹੜਾ ਉਹ ਬਾਈ ਸੋਹਣੀ ਦੇ ਇਲਾਕੇ 'ਚ, ਤੇ ਮਹੀਵਾਲ ਦਾ ਜਿਹੜਾ ਬਾਜ਼ਾਰ ਹੈ ਉਹ ਲਹਿਦਾ ਸ਼ਹਦਾਦਪੁਰ ਸ਼ਹਿਰ 'ਚ ਮੌਜੂਦ ਹੈ। ਮੈਂ ਜਿਹੜਾ ਤੁਹਾਡੇ ਸਾਹਮਣੇ ਕਿੱਸਾ ਸੋਹਣੀ ਮਹੀਵਾਲ ਪੇਸ਼ ਕਰ ਰਿਹਾ, ਉਹਦਾ ਅੱਜ 10ਵਾਂ ਹਿੱਸਾ ਹੈ, ਪਾਰਟ 10 ਨੇ। ਤੇ ਇਹ ਜਿਹੜਾ ਮੈਂ ਤੁਹਾਡੇ ਸਾਹਮਣੇ ਕਿੱਸਾ ਸੋਹਣੀ ਮਹੀਵਾਲ ਪੇਸ਼ ਕਰ ਰਿਹਾ, ਇਹਦੇ ਹਾਲਕ ਜਿਹੜੇ ਨੇ ਉਹ ਇਹ ਸੈयद ਫਜ਼ਲ ਸ਼ਾਹ ਸਾਹਿਬ ਰਹਿਮਤੁल्लाह ਤਾਲਾ अलैह ਨੇ। ਆਪ ਨੇ ਇਹ ਜਿਹੜਾ ਕਿੱਸਾ ਸੋਹਣੀ ਮਹੀਵਾਲ ਹੈ ਇੱਕ ਲੰਬੀ ਨਜ਼ਮ ਦੀ ਸ਼ਕਲ ਵਿੱਚ ਲਿਖਿਆ ਹੈ। ਆਪ ਜਿਹੜੇ ਨੇ ਇਹ 1827 ਦੇ ਵਿੱਚ ਨਵਾਂਕੋਟ ਬਸਤੀ ਲਾਹੌਰ ਜੰਮੇ, ਤੇ ਉੱਥੇ ਹੀ 1890 ਦੇ ਵਿੱਚ ਇਹਨਾਂ ਦਾ ਵਿਸਾਲ ਹੋ ਗਿਆ, ਤੇ ਮੁਲਤਾਨ ਰੋਡ ਲਾਹੌਰ ਤੇ ਇਹਨਾਂ ਦਾ ਮਜ਼ਾਰ ਹੈ। ਉਹਨਾਂ ਨੇ ਹੋਰ ਬਹੁਤ ਸਾਰੇ ਕਿੱਸੇ, ਹੀਰ ਰਾਂਝਾ, ਲੈਲਾ ਮਜਨੂ, ਸੱਸੀ ਪੁੰਨੂ, ਸੀ ਹਰਫੀ, ਸ਼ਜਰਾ ਨਸਬ, ਹੋਰ ਕਾਫੀ ਸਾਰੀਆਂ ਰਚਨਾਵਾਂ ਉਹਨਾਂ ਨੇ ਲਿਖੀਆਂ ਨੇ। ਲੇਕਿਨ ਜਿਹੜਾ ਕਿੱਸਾ ਸੋਹਣੀ ਮਹੀਵਾਲ ਹੈ ਇਹਨਾਂ ਦਾ ਸਭ ਤੋਂ ਵੱਡਾ ਸ਼ਾਹਕਾਰ ਹੈ। ਅੱਜ ਮੈਂ ਤੁਹਾਡੇ ਸਾਹਮਣੇ 10ਵਾਂ ਹਿੱਸਾ ਕਿੱਸਾ ਸੋਹਣੀ ਮਹੀਵਾਲ ਦਾ ਪੇਸ਼ ਕਰ ਰਿਹਾ। ਸੋਹਣੀ ਜਦੋਂ ਮਾਂ ਕੋਲੋਂ ਡੋਬਰੀ ਹੁੰਦੀ ਹੈ ਤੇ ਉਹ ਮਾਂ ਕੋਲੋਂ ਮਾਫੀ ਮੰਗਦੀ ਹੈ, ਕਹਿੰਦੀ ਹੈ ਬੁੱਲ ਚੱਕ ਮਾਫ ਕਰ ਭੁੱਲਿਆਂ ਨੂੰ, ਬੁੱਲ ਚੱਕ ਮਾਫ ਕਰ ਭੁੱਲਿਆਂ ਨੂੰ, ਜੋ ਕੁਝ ਭੁੱਲ ਹੋਈ ਤਕਸੀਰ ਮਾਈ, ਇਹੋ ਵੇਲੜਾਈ ਤੇਰੇ ਬਖਸ਼ਣੇ ਦਾ, ਮੈਨੂੰ ਬਖਸ਼ 32 ਦਾਰਾਂ ਸ਼ੀਰ ਮਾਈ। ਲੈ ਕੇ ਪਹੁੰਚ ਸ਼ਤਾਬ ਨਮਾਣੀ ਤੇ ਮਹੀਵਾਲ ਬੇਹਾਲ ਫਕੀਰ ਮਾਈ, ਨਾਮ ਰੱਬ ਦੇ ਕਿਵੇਂ ਵਖਾਲ ਮੈਨੂੰ, ਮੁਖ ਯਾਰ ਦਾ ਬਦਰ ਮਨੀਰ ਮਾਈ। 10 ਕੋੜ ਸਾਨੀ ਜਿਹੜਾ ਮੋੜ ਦੇਵੇ, 10 ਕੋੜ ਸਾਨੀ ਜਿਹੜਾ ਮੋੜ ਦੇਵੇ, ਰੱਬ ਢਾਡਣੇ ਦੀ ਤਕਦੀਰ ਮਾਈ। ਤੇਰਾ ਸ਼ੇਰ ਪਿਆਵਣਾ, ਤੇਰਾ ਸ਼ੀਰ ਪਿਆਵਣਾ ਯਾਦ ਆਇਆ, ਡਾਲ ਪਿਆ ਅੱਖੀ ਸਰਦਾ ਨੀਰ ਮਾਈ। ਕਿਵੇਂ ਯਾਰ ਦਾ ਅੱਜ ਮਲਾਪ ਹੋਵੇ, ਕੋਈ ਕਰ ਵੇਖਾਂ ਤਦਬੀਰ ਮਾਈ। ਅਜੇ ਜਾਣ ਨਹੀਂ ਇਜ਼ਰਾਈਲ ਲਈ, ਆਏ ਮੁਨਕਰ ਅਤੇ ਨਕੀਰ ਮਾਈ। ਮੇਰਾ ਹਾਲ ਨੂੰ ਦੇਖ ਬੇਹਾਲ ਹੋਇਆ, ਫਜ਼ਲ ਸ਼ਾਹ ਦਿਲਗੀਰ ਫਕੀਰ ਮਾਈ, ਫਜ਼ਲ ਸ਼ਾਹ ਦਿਲਗੀਰ ਫਕੀਰ ਮਾਈ। ਸੋਹਣੀ ਦੀ ਅੱਲਾ ਦੀ ਦਰਗਾਹ, ਅੱਲਾ ਸੋਹਣੀ ਜਿਹੜੀ ਹੈ ਉਹ ਫਰਿਆਦ ਕਰਦੀ ਹੈ ਅੱਲਾ ਦੀ ਦਰਗਾਹ ਵਿੱਚ, एडा कहर ते कहर नजूल कीतो, भावे होई दरगाह दी चोर अल्लाह। जेकर मार नाई सच सोड़ी नू, नाल यार करी मेरी घोर अल्लाह। मेरे यार नू कूक ना सुनन देई, लाई बदना ते घन घोर अल्लाह। महीवाल नू चाव छोड़े होई, नहीं नाल तेरे कोई जोर अल्लाह। एक पलक अंदर बेड़ा आजज़ां दा, ਦਿੱਤਾ ਹੀ ਵਿੱਚ ਜਨਾਹ ਨਗੋਰ ਅੱਲਾ। ਔਖੀ ਬੜੀ ਏ ਵਿੱਚ ਨਮਾਣਿਆਂ ਦੇ, ਤੇਰੇ ਫਜ਼ਲ ਬਾਜੂ ਨਹੀਂ ਹੋਰ ਅੱਲਾ। ਮਹੀਵਾਲ ਫਕੀਰ ਦੇ ਦੁਸ਼ਮਣਾਂ ਨੂੰ ਕੀਤੋ ਸ਼ਾਦ ਅੱਲਾ, ਕੀਤੋ ਸ਼ਾਦ ਅੱਲਾ। ਰੋਜ਼ ਹਸ਼ਰ ਦੇ ਤੀਕ ਪੁਕਾਰ ਸਾਂਗੀ, ਦਈ ਦਾਦ ਅੱਲਾ, ਦਈ ਦਾਦ ਅੱਲਾ। ਮਹੀਵਾਲ ਤਾਈ ਵਾਲ ਵਾਲ ਮੇਰਾ, ਕਰੇ ਯਾਦ ਅੱਲਾ, ਕਰੇ ਯਾਦ ਅੱਲਾ। ਯਾਦ ਕਰਦੀ ਔੜਕ ਹੋ ਗਈ ਆ, याद कर दी ओढ़क हो गई, बर्बाद अल्लाह, बर्बाद अल्लाह। फजल शाह मियाँ सोड़ी डुब बोई, फजल शाह मियाँ सोड़ी डुब बोई। फरियाद अल्लाह, फरियाद अल्लाह। रूह दे फराक विच वैण, बोरा रूह दा हो उदास टुरिया, बोरा रूह दा हो उदास टुरिया। ਲੱਭੇ ਵੈਣ ਪਾ ਕੇ ਅੱਲਾ ਆਦੀਆਂ ਨੂੰ, ਜਾਂਦੇ ਰੂਹ ਨੂੰ ਬੁੱਤ ਪੁਕਾਰ ਕੀਤੀ। ਕਿੱਥੇ ਚੱਲਿਆ ਛੱਡ ਨਮਾਣਿਆਂ ਨੂੰ, ਮੈਨੂੰ ਬੜੀ ਤੇ ਹੋਰ ਬਣਾਇਓ ਹੀ। ਬੱਦੇ ਭਾਰ ਉਹ ਯਾਰ ਪਲਾਣਿਆਂ ਨੂੰ, ਸੋਹਣੀ ਵਿੱਚ ਜਨਾ ਦੇ ਡੁੱਬ ਚਲਿਊ। ਮੱਚ ਕੁਛ ਸੰਸਾਰ ਦੇ ਖਾਣਿਆਂ ਨੂੰ, ਜਾਂਦੀ ਵਾਰ ਨਾ ਕੀਤੀ ਆ ਗੱਲ ਕੋਈ। ਪਿੱਛਾ ਦਿੱਤਾ ਹੀ ਉਮਰ ਵਹਾਣਿਆਂ ਨੂੰ, ਅੱਧੀ ਰਾਤ ਕਰਵਾਨੀਆਂ ਕੂਚ ਕੀਤਾ। ਛੱਡ ਚੱਲਿਓ ਤਬੂਆ
ਤਾਣਿਆਂ ਨੂੰ ਵਿੱਚ ਸ਼ਾਹ ਦਰਿਆ ਦੇ ਡੁੱਬ ਚਲਿਓ ਸਭੇ ਮਾਲ ਮਤਾ ਪਲਾਣਿਆਂ ਨੂੰ ਪਹਿਲੇ ਯਾਰ ਬਣਾਇਓ ਪਿਆਰ ਸੀਤੀ ਪਿੱਛੂ ਮਾਰਿਓ ਕੁੱਲ ਸਿਆਣਿਆਂ ਨੂੰ ਵਾਂਗ ਬਾਜ਼ ਦੇ ਤੇਜ਼ ਪਰਵਾਜ਼ ਕੀਤੋ ਵਾਂਗ ਬਾਜ਼ ਦੇ ਤੇਜ਼ ਪਰਵਾਜ਼ ਕੀਤੋ ਰਾਜ਼ ਦੱਸਿਓ ਨਾ ਅਣਜਾਣਿਆਂ ਨੂੰ ਨਾਮ ਰੱਬ ਦੇ ਮਨ ਸਵਾਲ ਮੇਰਾ ਗੱਲ ਲਾ ਇੱਕ ਵਾਰ ਨਮਾਣਿਆਂ ਨੂੰ ਡੁੱਬ ਸੋਹਣੀ ਨੂੰ ਕਿਹੜੀ ਵੱਲ ਵਸੇ ਯਾਰਾ ਦੱਸ ਕੇ ਜਾ ਟਿਕਾਣਿਆਂ ਨੂੰ ਡੁੱਬ ਸੋਹਣੀ ਨੂੰ ਕਿਹੜੀ ਵੱਲ ਵਸੇ ਯਾਰ ਦੱਸ ਕੇ ਜਾ ਟਿਕਾਣਿਆਂ ਨੂੰ ਨਹੀਂ ਕੰਮ ਅਸੀਲ ਦਾ ਛੱਡ ਦੇਣਾ ਨਹੀਂ ਕੰਮ ਅਸੀਲ ਦਾ ਛੱਡ ਦੇਣਾ ਯਾਰਾਂ ਬੇਲੀਆਂ ਬਹੁਤ ਪੁਰਾਣਿਆਂ ਨੂੰ ਕਾਨੂੰ ਜਾ ਦੌੜੇ ਪਈ ਕਿ ਠਗੀ ਹੋਈ ਕਾਨੂੰ ਜਾ ਦੌੜਾ ਪਾਈ ਕੇ ਠਗੀ ਹੋਈ ਮਹੀਵਾਲ ਤੂੰ ਘੋਲ ਗਮਾਣਿਆਂ ਨੂੰ ਕਾਨੂੰ ਸੋਭ ਚਲਿਓ ਵਿੱਚ ਨੀਂਦੇ ਹੋਏ ਅਸਾਂ ਆਜਜ਼ਾਂ ਦਰਦ ਰੰਝਾਣਿਆਂ ਨੂੰ ਨਹੀਂ ਨਾਲ ਪਰਦੇਸੀਆਂ ਭੁੱਲ ਲਾਇਆ ਖੇਤ ਬੀਜਿਆ ਬੁਨਿਆ ਦਾਣਿਆਂ ਨੂੰ ਨਹੀਂ ਨਾਲ ਪਰਦੇਸੀਆਂ ਭੁੱਲ ਲਾਇਆ ਖੇਤ ਬੀਜਿਆ ਬੁਨਿਆ ਦਾਣਿਆਂ ਨੂੰ ਫਜ਼ਲ ਸ਼ਾਹ ਮੀਆਂ ਐਵੇਂ ਲੇਖ ਆਹਾ ਫਜ਼ਲ ਸ਼ਾਹ ਮੀਆਂ ਐਵੇਂ ਲੇਖ ਆਹੇ ਮੋੜੇ ਕੌਣ ਖੁਦਾਈ ਦੇ ਬਾਂਦਿਆਂ ਨੂੰ ਸੋੜੀ ਦੀ ਲਾਸ਼ ਦਾ ਮਹੀਵਾਲ ਵੱਲ ਸੁਨੇਹਾ ਲੈ ਜਾ ਸੁਨੇੜਾ ਸਜਣਾ ਦਾ ਆਖੀ ਲੱਦ ਗਈ ਤੇਰੀ ਯਾਦ ਮੀਆਂ ਲੈ ਜਾ ਸੁਨੇੜਾ ਸਜਣਾ ਦਾ ਲੈ ਜਾ ਸੁਨੇੜਾ ਸਜਣਾ ਦਾ ਆਖੀ ਲੱਦ ਗਈ ਤੇਰੀ ਯਾਦ ਮੈਨੂੰ ਹੱਥ ਜੋੜ ਸਲਾਮ ਦੁਆ ਕਹਿਣੀ ਹੱਥ ਜੋੜ ਸਲਾਮ ਦੁਆ ਕਹਿਣੀ ਜਾਣਾ ਗੱਲ ਨਾ ਬਨੂ ਵਸਾਰ ਮੀਆਂ ਡਾਈ ਮਾਰ ਕੇ ਅਰਜ਼ ਗੁਜ਼ਾਰ ਦੇਣੀ ਡਾਈ ਮਾਰ ਕੇ ਅਰਜ਼ ਗੁਜ਼ਾਰ ਦੇਣੀ ਡਾਈ ਮਾਰ ਕੇ ਅਰਜ਼ ਗੁਜ਼ਾਰ ਦੇਣੀ ਅੱਗੇ ਯਾਰ ਦੇ ਬਾਂ ਅਲਾਰ ਮੀਆਂ ਤੇਰੀ ਸੋਹਣੀ ਵਿੱਚ ਜਨਾਓ ਡੁੱਬੀ ਪਿਆ ਮੌਤ ਦਾ ਲੱਕ ਅਸਵਾਰ ਮੀਆਂ ਅਸੀਂ ਆਪਣੀ ਉਮਰ ਨੂੰ ਭੋਗ ਚੱਲੇ ਤੇ ਅਸੀਂ ਜਿਉ ਜੀ ਸਾਲ ਹਜ਼ਾਰ ਮੀਆਂ ਕੀਤਾ ਬਹੁਤ ਚਾਰ ਯਾਰ ਮਿਲਨ ਕਾਰਨ ਕੀਤਾ ਬਹੁਤ ਚਾਰ ਯਾਰ ਮਿਲਨ ਕਾਰਨ ਤੁਸੀਂ ਸੁਣੀ ਨਾ ਕੂਕ ਪੁਕਾਰ ਮੀਆਂ ਤੇਰੇ ਇਸ਼ਕ ਨੂੰ ਦਾਗ ਨਾ ਲੱਗਣ ਦਿੱਤਾ ਕੀਤੀ ਤੁਸਾਂ ਤੇ ਜਾਣ ਨਿਸਾਰ ਮੀਆਂ ਫਜ਼ਲ ਸ਼ਾਹ ਸੋੜੀ ਹੋ ਡੁੱਬੀ ਫਜ਼ਲ ਸ਼ਾਹ ਸੋੜੀ ਹੋ ਡੁੱਬੀ ਮੋਈ ਕੋਲ करार ना हार मੀਆਂ मोई कोल करार ना हार मीਆਂ मोई कोल करार ना हार मीਆਂ अल्लाह ताला हमें आसानियाँ अता फरमाए और आसानियाँ तकसीम करने का शरफ़ अता फरमाए और अल्लाह ताला हमें बुज़ुर्गान दीन की सिफ़ात को अपनाने और उजागर करने और मुज़य्यन करने का शरफ़ और मर्तबा और इल्म और मकाम और शान अता फरमाए नूर वाले